Hello students. Students, today we are going to do the poem Lines Written in Early Spring. This poem is written by famous poet William Wordsworth. William Wordsworth is one of the most important English poets and a founder of the Romantic movement in English literature. He lived in Lake District of northern England. The Lake District is renowned for its beautiful wide landscapes and countless lakes. Because of this area, poet became known as a lakeland poet. ਵਿਲੀਅਮ ਵਰਡਸਵਰਥ ਨੂੰ ਕੁਦਰਤ ਦਾ ਕਵੀ ਕਿਹਾ ਜਾਂਦਾ ਹੈ. In this poem, the poet describes the beauty of nature, but as well as he is describing the beauty of nature, he is also worrying about the nature because he is telling human being has exploited the nature a lot and still humans are exploiting, destroying the nature, and he is worried about that. So let's start the poem. I heard 1,000 blended notes while in a grove I sat reclined. In that sweet mood when pleasant thoughts bring sad thoughts to the mind. ਇਹਦੇ ਵਿੱਚ poet ਕਹਿ ਰਿਹਾ ਹੈ while in a grove ਦੇ ਵਿੱਚ ਜਦੋਂ ਮੈਂ ਬੜੇ ਆਰਾਮ ਨਾਲ ਬੈਠਾ. grove means ਦਰਖਤਾਂ ਦਾ ਝੁੰਡ ਜਿਹਦੀ ਛਾਂ ਵਿੱਚ ਪੋਇਟ ਬੈਠਾ ਹੋਇਆ. ਸੈਟ ਮੀਨਸ ਬੈਠਾ. ਰਿਕਲਾਈਨਡ ਪਿੱਠ ਲਗਾ ਕੇ ਬੜੇ ਆਰਾਮ ਨਾਲ ਉਹ ਬੈਠਾ ਹੋਇਆ. ਆਈ ਹਰਡ 1,000 ਬਲੈਂਡਡ ਨੋਟਸ. ਬਲੈਂਡਡ ਮੀਨਸ ਮਿਕਸਡ. ਮਿਕਸਚਰ ਇੱਥੇ ਕੁਝ ਆਵਾਜ਼ਾਂ ਦੇ ਮਿਕਸਚਰ ਨੂੰ ਬਲੈਂਡਡ ਨੋਟਸ ਕਿਹਾ ਗਿਆ. ਅਤੇ ਜਦੋਂ ਉਹ ਦਰਖਤਾਂ ਦੇ ਵਿੱਚ ਬੈਠਾ ਬੜੇ ਆਰਾਮ ਨਾਲ ਬੈਠਾ ਤਾਂ ਉਸਨੂੰ ਬਹੁਤ ਸਾਰੀਆਂ ਬਹੁਤ ਹਜ਼ਾਰਾਂ ਹੀ ਆਵਾਜ਼ਾਂ ਉਹ ਸੁਣ ਸਕਦਾ. ਸੰਗੀਤਮਈ ਆਵਾਜ਼ਾਂ ਉਹ ਸੁਣ ਸਕਦਾ. ਇਨ ਦੈਟ ਸਵੀਟ ਮੂਡ, ਇੰਨੇ ਅੱਛੇ ਮੂਡ ਦੇ ਵਿੱਚ ਜਦੋਂ ਉਹਦੇ ਦਿਮਾਗ ਦੇ ਵਿੱਚ, ਪੋਇਟ ਦੇ ਦਿਮਾਗ 'ਚ ਬੜੇ ਅੱਛੇ ਵਿਚਾਰ ਆ ਰਹੇ ਹੈ, ਉਹ ਅੱਛੇ ਵਿਚਾਰਾਂ ਦੇ ਨਾਲ ਨਾਲ ਉਸਦੇ ਦਿਮਾਗ ਵਿੱਚ ਕੁਝ ਉਦਾਸੀ ਭਰੇ ਵਿਚਾਰ ਵੀ ਆ ਰਹੇ ਹਨ. To her fair works did nature link the human soul that through me ran, and much it grieved my heart to think what man has made of man. ਇਹਦੇ ਵਿੱਚ poet ਕਹਿ ਰਿਹਾ ਹੈ ਕਿ nature is doing her fair works. Nature is doing a lot for our survival. Nature is giving us a lot. ਕੁਦਰਤ ਸਾਨੂੰ ਸਭ ਕੁਝ ਦੇ ਰਹੀ ਹੈ ਜੋ ਹਿਊਮਨ ਬੀਇੰਗਸ ਨੂੰ ਸਰਵਾਈਵ ਕਰਨ ਲਈ ਜ਼ਰੂਰੀ ਹੈ. ਹਰ ਜ਼ਰੂਰਤ ਦੀ ਚੀਜ਼ ਸਾਨੂੰ ਕੁਦਰਤ ਦੇ ਰਹੀ ਹੈ. ਬਟ ਇਨ ਰਿਟਰਨ ਵਟ ਵੀ ਆਰ ਡੂਇੰਗ, ਇੱਥੇ ਪੋਇਟ ਕਹਿ ਰਿਹਾ ਹੈ ਕਿ ਐਂਡ ਮਚ ਇਟ ਗ੍ਰੀਵਡ ਮਾਈ ਹਾਰਟ ਟੂ ਥਿੰਕ, ਕਿ ਮੇਰਾ ਦਿਲ ਸੋਚ ਕੇ ਬਹੁਤ ਦੁਖੀ ਹੁੰਦਾ ਹੈ ਵਟ ਮੈਨ ਹੈਜ਼ ਮੇਡ ਆਫ ਮੈਨ, ਕਿ ਜੋ ਕੁਦਰਤ ਸਾਨੂੰ ਇੰਨਾ ਕੁਛ ਦੇ ਰਹੀ ਹੈ, ਇਨ ਰਿਟਰਨ ਹਿਊਮਨ ਬੀਇੰਗ ਆਰ ਡਿਸਟਰੋਇੰਗ, ਆਰ ਐਕਸਪਲੋਇਟਿੰਗ ਦੈਟ ਨੇਚਰ. Everything belongs to nature, but still we are struggling, we are quarreling with each other for such a things, for such a temporary things. Through primrose tufts in that green board, the periwinkle trailed its wreaths. Primrose and periwinkle, ਇਹ ਦੋ ਫਲਾਵਰਸ ਦੀਆਂ ਟਾਈਪਸ ਨੇ. ਕਲਾਈਂਬਰਸ ਨੇ, ਪੈਰੀਵਿੰਕਲ ਕਲਾਈਂਬਰ ਹੈ. ਪ੍ਰਿਮਰੋਜ਼ ਟਾਫਟਸ, ਥਰੂ ਪ੍ਰਿਮਰੋਜ਼ ਟਾਫਟਸ. ਪ੍ਰਿਮਰੋਜ਼ ਇੱਕ ਪਲਾਂਟ ਹੈ ਜਿਹਦੇ ਉੱਪਰ ਯੈਲੋ ਕਲਰ ਦੇ ਫਲਾਰ ਲੱਗਦੇ ਹੈ. ਲਾਈਕ ਯੂ ਕੈਨ ਸੀ ਐਟ ਦ ਲੈਫਟ ਸਾਈਡ ਆਫ ਦ ਸਕਰੀਨ, ਪ੍ਰਿਮਰੋਜ਼ ਯੈਲੋ ਕਲਰ ਦੇ ਫਲਾਰਸ ਹੁੰਦੇ ਆ ਇਹ. ਟਾਫਟਸ ਵੈਨ ਦ ਫਲਾਰਸ ਆਰ ਟੇਕਨ ਟੂਗੈਦਰ, ਜਦੋਂ ਫਲਾਰਸ ਨੂੰ ਅਸੀਂ ਇਕੱਠਾ ਕਰ ਲੈਂਦੇ ਇੱਕ ਗੁੱਛਾ ਬਣ ਜਾਂਦਾ. ਕਹਿੰਦੇ ਪ੍ਰਿਮਰੋਜ਼ ਥਰੂ ਪ੍ਰਿਮਰੋਜ਼ ਟਫਟਸ ਇਨ ਦੈਟ ਗ੍ਰੀਨ ਬੋਰਡ ਦ ਪੈਰੀਵਿੰਕਲ ਟ੍ਰੇਲਡ ਇਟਸ ਰੈਡਸ, ਔਰ ਜਦੋਂ
ਪੈਰੀਵਿੰਕਲ ਪਰਪਲ ਕਲਰ ਦੇ ਪਰਪਲ ਔਰ ਵਾਈਟ ਕਲਰ ਦੇ ਫਲਾਵਰਸ ਰੱਖਦੇ ਆ ਪੈਰੀਵਿੰਕਲ ਕਲਾਈਂਬਰ ਨੂੰ ਪਲਾਂਟ ਨੂੰ। ਔਰ ਕਹਿੰਦੇ ਉਹ ਰੇਤ ਦੀ ਤਰ੍ਹਾਂ ਜਦੋਂ ਉਹ ਫਲਾਵਰਸ ਰਾਊਂਡ ਸ਼ੇਪ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਹੈ। ਐਂਡ ਇਟ ਇਜ਼ ਮਾਈ ਫੇਥ ਦੈਟ ਐਵਰੀ ਫਲਾਰ, ਔਰ ਇਹ ਮੇਰਾ ਵਿਸ਼ਵਾਸ ਹੈ ਕਿ ਹਰ ਇੱਕ ਫੁੱਲ ਇੰਜੋਇਜ਼ ਦਾ ਏਅਰ ਇਟ ਬ੍ਰੀਥਸ। ਉਹ ਜੋ ਵੀ ਉਹ ਸਾਹ ਲੈ ਰਹੇ ਆ ਹਵਾ ਦੇ ਵਿੱਚ, ਦੇ ਆਰ ਇੰਜੋਇੰਗ ਐਵਰੀ ਬ੍ਰੇਥ, ਉਹ ਹਰ ਸਾਹ ਨੂੰ ਇੰਜੋਏ ਕਰ ਰਿਹਾ। The birds around me hoped and played. Their thoughts I cannot measure, but the least motion which they made, it seemed a thrill of pleasure. ਕਹਿੰਦੇ ਪੰਛੀ ਜੋ ਮੇਰੇ ਆਲੇ ਦੁਆਲੇ ਨੱਚ ਟੱਪ ਰਹੇ ਹੈ, ਖੇਡ ਰਹੇ ਹੈ, देयर ਥਾਟਸ आई कैनॉट मेजर। ਉਹ ਕੀ ਸੋਚ ਰਹੇ ਹੈ ਮੈਂ ਸੋਚ ਵੀ ਨਹੀਂ ਸਕਦਾ, ਮੈਂ ਉਹਨਾਂ ਦੀ ਸੋਚ ਤੱਕ ਪਹੁੰਚ ਵੀ ਨਹੀਂ ਸਕਦਾ। ਬਟ ਦ ਲੀਸਟ ਮੋਸ਼ਨ ਵਿਚ ਦੇ ਮੇਡ, ਪਰ ਕਹਿੰਦੇ ਜੋ ਉਹਨਾਂ ਦੇ ਇਮੋਸ਼ਨਸ ਨੇ, ਉਹਨਾਂ ਦੀਆਂ ਛੋਟੀਆਂ ਛੋਟੀਆਂ ਗਤੀਵਿਧੀਆਂ ਨੇ, ਉਹਨਾਂ ਨੂੰ ਦੇਖ ਕੇ ਇਟ ਸੀਮਡ ਥ੍ਰਿਲ ਆਫ ਪਲੇਜ਼ਰ, ਬਹੁਤ ਹੀ ਉਹ ਆਨੰਦਮਈ ਲੱਗ ਰਿਹਾ, ਉਹ ਬਹੁਤ ਹੀ ਉਹ ਬਹੁਤ ਖੁਸ਼ ਹੋ ਰਿਹਾ। ਸਾਨੂੰ ਇੱਦਾਂ ਲੱਗ ਰਿਹਾ ਕਿ ਦੇ ਆਰ ਵੈਰੀ ਹੈਪੀ ਐਂਡ ਦੇ ਆਰ ਇੰਜੋਇੰਗ ਈਚ ਮੂਮੈਂਟ। The budding twigs spread out their fan to catch the breezy air. ਹੁਣ ਕਿਉਂਕਿ ਸਪਰਿੰਗ ਦੀ ਸਟਾਰਟਿੰਗ ਹੈ, ਉਦੋਂ ਕੀ ਹੈ, ਉਦੋਂ ਟਵਿਗਸ ਮੀਨਸ ਟਹਿਨੀਆਂ, ਬਡਿੰਗ ਮੀਨਸ ਕਲੀ, ਇਹ ਫਲਾਵਰਸ ਨਹੀਂ ਅਜੇ ਬਣੇ ਹੋਏ, ਕਲੀਆਂ ਨੇ, ਟਹਿਨੀ ਦੇ ਉੱਪਰ ਜੋ ਕਲੀਆਂ ਨੇ। ਸਪਰੈਡ ਆਊਟ ਦੇਅਰ ਫੈਨ ਟੂ ਕੈਚ ਦ ਬਰੀਜ਼ੀ ਏਅਰ, ਉਹਨਾਂ ਨੇ ਆਪਣੇ ਪੰਖੜੀਆਂ ਜੋ ਉਹ ਫੈਲਾ ਰਹੇ ਨੇ ਟੂ ਕੈਚ ਦ ਬਰੀਜ਼ੀ ਏਅਰ। as the poet is assuming all that, describing the nature, ਕਿ ਉਸ ਮੌਸਮ ਦੇ ਵਿੱਚ ਜੋ ਟਹਿਨੀਆਂ ਨੇ, budding twigs ਨੇ, they are spreading out their fan to catch the breezy air, and I must think do all I can that there was pleasure there। ਉਹ ਜੋ ਪੋਇਟ ਉਹ ਮਹਿਸੂਸ ਕਰ ਸਕਦਾ ਹੈ ਉਹਨਾਂ ਦੀ ਖੁਸ਼ੀ, ਉਹ budding twigs ਦੀ ਖੁਸ਼ੀ ਹੈ ਜੋ ਮਹਿਸੂਸ ਕਰ ਸਕਦਾ ਹੈ when they spreading their fan to catch the breezy air। If this belief from heaven be sent, if such be nature's holy plan, have I not reason to lament what man has made of man? ਕਹਿੰਦੇ ਜੇ ਇਹ ਕੁਦਰਤ ਦਾ ਨਿਯਮ ਹੈ, ਨੇਚਰਸ ਹੋਲੀ ਪਲਾਨ, ਹੋਲੀ ਮੀਨਸ ਪਵਿੱਤਰ ਪਲਾਨ, ਯੋਜਨਾ, ਇੱਕ ਪਵਿੱਤਰ ਯੋਜਨਾ, ਇੱਕ everything is predefined from the nature, then the poet is lamenting, ਉਹ ਦੁਖੀ ਹੋ ਰਿਹਾ ਹੈ ਕਿ what man has made of man। ਜਬ ਸਭ ਕੁਝ ਹੀ ਕੁਦਰਤ ਦਾ ਹੈ, everything belongs to nature, then why man is doing all these activities ਜੋ ਕਿ ਨੇਚਰ ਨੂੰ ਐਕਸਪਲੋਇਟ ਕਰ ਰਹੀ ਹੈ, ਉਹਨੂੰ ਡਿਸਟਰੋਏ ਕਰ ਰਹੀ ਹੈ, ਨੇਚਰ ਨੂੰ ਖਰਾਬ ਕਰ ਰਹੀ ਹੈ। ਐਂਡ ਐਟ ਲਾਸਟ ਜਦੋਂ ਅਸੀਂ ਨੇਚਰ ਨੂੰ ਖਰਾਬ ਕਰਦੇ ਹਾਂ ਤਾਂ ਇਨਡਾਇਰੈਕਟਲੀ ਅਸੀਂ ਹਿਊਮਨ ਬੀਇੰਗਸ ਨੂੰ ਵੀ ਖਰਾਬ ਕਰ ਰਿਹਾ। ਆਵਰ ਫਿਊਚਰ ਵਿਲ ਬੀ ਡਿਸਟਰੋਇਡ ਇਫ ਵੀ ਡਿਸਟਰੋਏ ਦ ਨੇਚਰ ਟੂਡੇ। ਸੋ ਇਹਦੇ ਵਿੱਚ ਜੋ ਪੋਇਟ ਹੈ ਉਹ ਨੇਚਰ ਦੀ ਬਿਊਟੀ ਨੂੰ ਤਾਂ ਡਿਸਕਰਾਈਬ ਕਰ ਹੀ ਰਿਹਾ, ਬਟ ਉਹਨੂੰ ਬਿਊਟੀਫੁਲ ਨੇਚਰ ਨੂੰ ਇੰਜੋਏ ਕਰਨ ਦੀ ਜਗ੍ਹਾ 'ਤੇ ਜੋ ਹਿਊਮਨ ਨੇ ਆਪਣੇ ਆਪ ਨੂੰ ਸੁਖਾਲਾ ਬਣਾਉਣ ਲਈ ਨੇਚਰ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੱਤਾ ਹੈ, ਉਸ 'ਤੇ ਪੋਇਟ ਹੈ ਜੋ ਉਹ ਵਿਚਾਰ ਕਰਨ ਲਈ ਕਹਿ ਰਿਹਾ ਕਿ ਮੈਨ, what man has made of man, this is question is up to reader। So I think you all will be revise this poem, and thank you, have a nice day।